ਪਹਿਲਾਂ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਗੱਲ ਕਰਾਂਗੇ ਜਰਮਨ ਦੀ ਸੈਲਰੀ ਦੀ ਮਿਨੀਮਮ ਸੈਲਰੀ ਜਰਮਨ ਦੇ ਵਿੱਚ ਕਿੰਨੀ ਆ ਜੇ ਉਹ ਘੰਟਿਆਂ ਦੇ ਹਿਸਾਬ ਨਾਲ ਤੇ ਜਾਂ ਉਹ ਤੁਹਾਡੀ ਫਿਕਸ ਸੈਲਰੀ ਜਰਮਨ ਦੇ ਵਿੱਚ ਸਟਾਰਟਿੰਗ ਦੇ ਵਿੱਚ ਕਿੰਨੀ ਲੈ ਸਕਦੇ ਜੇ ਕਿਸੇ ਨੇ ਜ਼ੀਰੋ ਤੋਂ ਸਟਾਰਟ ਕਰਨਾ ਕੰਮ ਸ਼ੁਰੂ ਤੋਂ ਤੇ ਉਹਦੀ ਮਿਨੀਮਮ ਜਿਹੜੀ ਆ ਘੱਟ ਤੋਂ ਘੱਟ ਸੈਲਰੀ ਤੁਸੀਂ ਜਰਮਨ 'ਚ ਕਿੰਨੀ ਲੈ ਸਕਦੇ ਉਹਦੀ ਗੱਲ ਕਰਾਂਗੇ। ਉਹ ਤੋਂ ਇਲਾਵਾ ਮੈਂ ਤੁਹਾਨੂੰ ਦੱਸੂਗਾ ਜਿਹੜਾ ਤੁਸੀਂ ਆਪਣੇ ਕੰਮ ਦਾ ਕੰਟਰੈਕਟ ਸਾਈਨ ਕਰਨਾ ਹੈ ਕੰਮ ਦੇ ਕੰਟਰੈਕਟ ਜਦੋਂ ਸਾਈਨ ਕਰਨਾ ਕਿਹੜੀਆਂ ਚੀਜ਼ਾਂ ਤੁਸੀਂ ਧਿਆਨ ਦੇਣੀਆਂ ਵੀ ਤੁਹਾਨੂੰ ਫਾਇਦਾ ਹੋ ਸਕੇ ਨੁਕਸਾਨ ਨਾ ਹੋ ਸਕੇ ਆਪਾਂ ਸਾਰੇ ਟੌਪਿਕ ਤੇ ਗੱਲ ਕਰਾਂਗੇ। ਸੋ ਹੁਣ ਸ਼ੁਰੂ ਕਰਦੇ ਹਾਂ। ਮੇਰਾ ਚੈਨਲ ਹੈਗਾ ਮਿਸਟਰ ਗੁਰਜਿੰਦਰ ਸਿੰਘ ਜਿਨ੍ਹਾਂ ਨੇ ਸਬਸਕ੍ਰਾइब ਕੀਤਾ ਬਹੁਤ ਥੈਂਕ ਜਿਹਨਾਂ नहीं किया कर लैन क्योंकि मैं जर्मन च रहना ਇੱਥੇ ਦੀ ਕੋਈ ਨਾ ਕੋਈ ਮੈਂ ਜਿਹੜੀ ਆ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਣਾ ਰਹਿਣਾ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕੰਟਰੈਕਟ ਦੀ। ਇੱਥੇ ਤੁਹਾਨੂੰ ਮੈਂ ਇੱਕ ਟਿਪਸ ਦੇਣਾ ਚਾਹੁੰਦਾ ਜਿਹਨੂੰ ਕਿਸੇ ਲੈਂਗੁਏਜ ਦੀ ਪ੍ਰੋਬਲਮ ਹੈ ਨਹੀਂ ਪੜ੍ਹ ਸਕਦਾ ਪ੍ਰੋਪਰਲੀ ਤੁਸੀਂ ਕਿਸੇ ਦੀ ਰਿਕੁਐਸਟ ਕਰ ਸਕਦੇ ਆਪਣੇ ਫਰੈਂਡ ਦੀ ਜਾਂ ਫੈਮਿਲੀ ਮੈਂਬਰ ਦੀ ਸਾਡੇ ਨਾਲ ਚੱਲੋ ਅਸੀਂ ਕੰਟਰੈਕਟ ਸਾਈਨ ਕਰਨਾ ਕਿਉਂਕਿ ਉਹਦੇ 'ਚ ਬਹੁਤ ਸਾਰੀਆਂ ਜਿਹੜੀਆਂ ਬਰੀਕੀ 'ਚ ਚੀਜ਼ਾਂ ਹੁੰਦੀਆਂ ਪੜ੍ਹਨ ਵਾਲੀਆਂ ਵੀ ਤੁਹਾਨੂੰ ਪਤਾ ਹੋ ਸਕੇ ਵੀ ਹਾਂ ਵੀ ਮੇਰਾ ਜਿਹੜੀ ਆ ਕੰਟਰੈਕਟ ਸਾਈਨ ਕੀਤਾ ਤੇ ਮੈਨੂੰ ਇਹਦੇ ਸੈਲਰੀ ਦੇ ਹਿਸਾਬ ਨਾਲ ਕਿਹੜੀ ਚੀਜ਼ ਆ ਕਿੰਨੇ ਪਰਸੈਂਟ ਆ ਜਾਂ ਕਿੰਨਾ ਬੋਨਸ ਆ ਮੈਨੂੰ ਕਿੰਨੀਆਂ ਛੁੱਟੀਆਂ ਜਾਂ ਉਹਦੇ ਹਿਸਾਬ ਨਾਲ ਤੁਹਾਨੂੰ ਸਾਰਾ ਪਤਾ ਹੋਣਾ ਚਾਹੀਦਾ ਫਿਰ ਸਾਈਨ ਕਰੋ। ਤੇ ਜੇਕਰ ਤੁਸੀਂ ਸਾਈਨ ਕਰ ਦਿੰਦੇ ਪੜ੍ਹਨ ਤੋਂ ਬਗੈਰ ਤੇ ਉਹ ਤੁਹਾਡਾ ਜੋ ਉਹਦੇ ਵਿੱਚ ਕੰਟਰੈਕਟ ਹੋ ਗਿਆ ਉਹੀ ਤੁਹਾਨੂੰ ਮਿਲੇਗਾ। ਕੰਟਰੈਕਟ ਤੁਹਾਡਾ ਜਿਹੜਾ ਬਾਅਦ ਚੋਂ ਚੇਂਜ ਨਹੀਂ ਹੋ ਸਕਦਾ ਸਹੀ ਆ। ਹੁਣ ਮੈਂ ਤੁਹਾਨੂੰ ਦੱਸਦਾ ਜਿਹੜੀਆਂ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਕੰਟਰੈਕਟ ਦੇ ਵਿੱਚ। ਸਭ ਤੋਂ ਪਹਿਲਾਂ ਤੁਸੀਂ ਦੇਖਣਾ ਜਿਹੜੀ ਤੁਹਾਡੀ ਆ ਜੌਬ ਆ ਤੁਸੀਂ ਫੁੱਲ ਟਾਈਮ ਜੌਬ ਲੱਭੀ ਆ। ਫੁੱਲ ਟਾਈਮ ਜੌਬ ਜਿਹੜੀ ਆ ਉਹ ਤੁਹਾਨੂੰ 40 ਘੰਟੇ ਪਰ ਵੀਕ ਦੀ ਤੇ 160 ਘੰਟੇ ਜਿਹੜੀ ਮਹੀਨੇ ਦੀ ਜੌਬ ਹੀ ਵਿੱਚ ਲਿਖੀ ਹੈ ਨਾ ਤੁਹਾਡੇ ਕੰਟਰੈਕਟ ਦੇ ਇਹ ਚੀਜ਼ ਦਾ ਧਿਆਨ ਰੱਖਣਾ। ਜੇ ਤੁਹਾਡੀ 160 ਘੰਟਿਆਂ ਤੋਂ ਘੱਟ ਆ ਜੇ ਐਗਜ਼ਾਮਪਲ ਤੌਰ ਤੇ ਤੁਹਾਨੂੰ ਦੱਸਦਾ ਮੈਂ ਜਿੱਥੇ 120 ਜਾਂ 130 ਘੰਟੇ ਆ ਤੁਹਾਡੀ ਉਹਨਾਂ ਦੇ ਵਿੱਚ ਕੰਟਰੈਕਟ ਦੇ ਲਿਖੀ ਦਾ ਮਤਲਬ ਉਹ ਤੁਹਾਡੀ ਪਾਰਟ ਟਾਈਮ ਜੌਬ ਆ ਤੁਹਾਡੀ ਨਾ ਕਿ ਫੁੱਲ ਟਾਈਮ ਜੌਬ ਆ। ਇਹ ਚੀਜ਼ ਦਾ ਧਿਆਨ ਰੱਖਣਾ। ਉਹ ਤੋਂ ਇਲਾਵਾ ਤੁਸੀਂ ਦੇਖਣਾ ਜਿਹੜੀ ਤੁਸੀਂ ਨਾਈਟ ਸ਼ਿਫਟ ਲਾ ਰਹੇ ਹੋ ਨਾਈਟ ਸ਼ਿਫਟ ਦੇ ਵਿੱਚ ਉਹਨਾਂ ਨੇ ਕਦੋਂ ਲਿਖਿਆ ਵੀ ਕਿੰਨੇ ਵਜੇ ਸਟਾਰਟ ਹੋਣੀ ਤੁਹਾਡੀ ਨਾਈਟ ਸ਼ਿਫਟ ਕਿੰਨੇ ਵਜੇ ਖਤਮ ਹੁੰਦੀ ਕਿੰਨੇ ਪਰਸੈਂਟੇਜ ਆ ਤੁਹਾਡੀ ਜਿਹੜੀ ਸੈਲਰੀ ਤੁਹਾਨੂੰ ਮਿਲਦੀ ਆ ਐਕਸਟਰਾ ਉਹਦੇ ਵਿੱਚ ਨਾਈਟ ਸ਼ਿਫਟ 'ਚ 10% 15% ਜਾਂ 20% ਇਹ ਚੀਜ਼ ਦੇਖਣੀ ਆ ਬਹੁਤ ਜ਼ਰੂਰੀ ਹੈ ਵਿੱਚ। ਉਹ ਤੋਂ ਇਲਾਵਾ ਜਿਹੜੀ ਗੱਲ ਆ ਜਾਂਦੀ ਹੌਲੀਡੇਜ਼ ਦੀ ਕਈ ਹੌਲੀਡੇਜ਼ ਤੇ ਤੁਸੀਂ ਦੇਖਿਆ ਹੋਣਾ ਹੌਲੀਡੇਜ਼ ਹੁੰਦਾ ਸਾਰੇ ਸ਼ਹਿਰ ਬਾਜ਼ਾਰ ਜਾਂ ਸਾਰਾ ਕੁਝ ਬੰਦ ਹੁੰਦਾ ਤੇ ਤੁਹਾਨੂੰ ਫਿਰ ਵੀ ਜਿਹੜੀ ਆ ਸ਼ਿਫਟ ਉਹ ਦਿਨ ਲਾਉਣੀ ਪੈ ਸਕਦੀ ਆ। ਉਹ ਜਿੱਦਣ ਸ਼ਿਫਟ ਲਾਉਂਦੇ ਆ ਉਹਦੇ ਤੇ ਕੰਟਰੈਕਟ ਤੇ ਲਿਖਿਆ ਹੁੰਦਾ ਜੇ ਤੁਸੀਂ ਹੌਲੀਡੇ ਵਾਲੇ ਦਿਨ ਤੁਸੀਂ ਜਿਹੜੀ ਆਪਣੀ ਸ਼ਿਫਟ ਲਾਉਂਦੇ ਆ ਤੁਹਾਨੂੰ 50% ਤੇ ਕਈਆਂ ਨੂੰ ਹੁੰਦਾ 100% ਐਕਸਟਰਾ ਤੁਹਾਨੂੰ ਸੈਲਰੀ ਮਿਲਦੀ ਆ। ਇਸ ਕਰਕੇ ਤੁਸੀਂ ਇਹ ਵੀ ਚੀਜ਼ ਦਾ ਧਿਆਨ ਰੱਖਣਾ ਵਿੱਚ ਤੁਹਾਡੇ ਕਿੰਨੇ ਪਰਸੈਂਟ ਲਿਖਿਆ ਤੁਹਾਡੇ ਵਿੱਚ ਜਿਹੜੀ ਆ ਤੁਹਾਨੂੰ ਹੌਲੀਡੇ ਵਾਲੇ ਦਿਨ ਕੰਮ ਕਰਨ ਦਾ 50% ਐਕਸਟਰਾ ਮਿਲੂਗਾ ਜਾਂ 100% ਐਕਸਟਰਾ ਮਿਲੂਗਾ ਠੀਕ ਆ। ਉਹ ਤੋਂ ਇਲਾਵਾ ਗੱਲ ਆ ਜਾਂਦੀ ਜਦੋਂ ਤੁਹਾਨੂੰ ਸਾਲ ਦੇ ਵਿੱਚ ਜਿਹੜੀਆਂ ਘੱਟੋ ਘੱਟ ਤੁਹਾਨੂੰ 20 ਛੁੱਟੀਆਂ ਹੁੰਦੀਆਂ ਤੇ ਜਦੋਂ ਤੁਹਾਨੂੰ ਹੌਲੀਡੇਜ਼ ਜਿਹਨੂੰ ਕਹਿ ਦਿੰਦੇ ਤੁਹਾਨੂੰ ਸਾਲ 'ਚ 20 ਛੁੱਟੀਆਂ ਹੌਲੀਡੇਜ਼ ਮਿਲਦਾ। ਉਹ ਤੋਂ ਇਲਾਵਾ ਜਿਹੜੇ 20 ਦਿਨ ਤੁਹਾਡਾ ਹੌਲੀਡੇਜ਼ ਆ ਉਹ 20 ਦਿਨ ਦੇ ਤੁਹਾਨੂੰ ਜਿਹੜੀ ਆ ਸੈਲਰੀ ਮਿਲਦੀ ਆ ਠੀਕ ਆ। ਤੁਸੀਂ ਮੰਨ ਲਓ ਐਗਜ਼ਾਮਪਲ ਇੰਡੀਆ ਚੱਲ ਜਾਂਦੇ ਆ ਤੁਹਾਡੀ ਜਿਹੜੀ ਆ ਸੈਲਰੀ ਤੁਹਾਡੀ ਆਪਣੇ ਆਪ ਅਕਾਊਂਟ 'ਚ ਆ ਜਾਂਦੀ ਆ। ਜਿਹੜੇ 20 ਦਿਨਾਂ ਦੀ ਸੈਲਰੀ ਆ ਤੁਹਾਡੀ ਉਹਦਾ ਮਤਲਬ ਤੁਹਾਡੇ ਉਹ ਜਿਹੜੀ ਸੈਲਰੀ ਆ ਸਾਰੀ ਦੀ ਸਾਰੀ ਜਿਹੜੀ ਤੁਹਾਡੇ ਅਕਾਊਂਟ 'ਚ ਆ ਜਾਂਦੀ। ਉਹ ਤੋਂ ਇਲਾਵਾ ਇੱਥੇ ਕਹਿੰਦੇ ਆ ਉਰਲਬਸ ਗਿਲਟ ਕਈ ਫਰਮਾਂ ਤੁਹਾਨੂੰ ਉਰਲਬ ਗਿਲਟ ਦਿੰਦੀਆਂ ਜਿੱਦਾਂ ਤੁਸੀਂ ਹੌਲੀਡੇਜ਼ ਕਰਨਾ ਚਾਹੁੰਦੇ ਆ ਉਹ ਫਰਮਾਂ ਤੁਹਾਨੂੰ ਜਿਹੜੀ ਉਹ ਤੇ ਸੈਲਰੀ ਦਿੰਦੀਆਂ ਜਿਹੜੀ ਦਿਨ ਤੁਹਾਡੀ ਛੁੱਟੀ ਆ। ਉਹ ਤੋਂ ਇਲਾਵਾ ਤੁਹਾਨੂੰ ਐਕਸਟਰਾ ਦਿੰਦੀਆਂ 200 ਜਾਂ 300 ਯੂਰੋ ਜਾਂ ਜਿੰਨਾ ਵੀ ਆ ਉਹਨਾਂ ਦੇ ਡਿਪੈਂਡ ਕਰਦਾ ਫਰਮ ਤੇ ਤੁਹਾਡੀ ਤੇ ਇਹ ਚੀਜ਼ਾਂ ਤੁਸੀਂ ਧਿਆਨ 'ਚ ਰੱਖਣੀਆਂ। ਉਹ ਤੋਂ ਬਾਅਦ 'ਚੋਂ ਆਪਾਂ ਗੱਲ ਕਰਦੇ ਹਾਂ ਵੀ ਜਦੋਂ ਤੁਹਾਡਾ ਇਹ ਕੰਟਰੈਕਟ ਸਾਰਾ ਤੁਹਾਨੂੰ ਪਤਾ ਲੱਗ ਗਿਆ ਹਾਂ ਵੀ ਕਿਹੜੀਆਂ ਚੀਜ਼ਾਂ ਮੈਨੂੰ ਪਤਾ ਜਿਹੜਾ ਮੈਨੂੰ ਬੋਨਸ ਮਿਲ ਰਿਹਾ ਘੱਟ ਮਿਲ ਰਿਹਾ ਜਾਂ ਵੱਧ ਮਿਲ ਰਿਹਾ। ਕਈਆਂ ਨੂੰ ਹੁੰਦਾ ਵੀ ਜਿੱਦਾਂ ਕ੍ਰਿਸਮਸ ਆਉਂਦਾ ਜਰਮਨ ਦੇ ਵਿੱਚ ਕ੍ਰਿਸਮਸ ਤੇ ਤੁਹਾਨੂੰ ਜਿਹੜੇ ਆ ਪੈਸੇ ਮਿਲਦੇ ਆ ਹੌਲੀਡੇਜ਼ ਉੱਥੇ ਆ ਜਾਂਦੇ ਉਹ ਹੌਲੀਡੇਜ਼ ਦੇ ਕੰਮ ਕਰਨ ਦੇ ਤੁਹਾਨੂੰ 50% ਐਕਸਟਰਾ ਮਿਲਦੇ ਆ। ਉਹ ਤੋਂ ਬਗੈਰ ਤੁਹਾਡਾ ਜਿਹੜਾ ਹੁੰਦਾ ਹੈ ਪ੍ਰੋਸੈਸ ਹੁੰਦਾ ਜਿਹੜਾ ਸਾਰਾ ਵੀ ਜਿਹੜੇ ਕਈ ਆ ਮਾਲਕ ਦਿੰਦੇ ਆ ਕਈ ਮਾਲਕ ਤੁਹਾਨੂੰ ਜਿਹੜੇ ਆ ਕ੍ਰਿਸਮਸ ਦੇ ਪੈਸੇ ਨਹੀਂ ਦਿੰਦੇ। ਹੁਣ ਮੇਰੀ ਫਰਮ ਹੈ ਜਿੱਦਾਂ ਐਗਜ਼ਾਮਪਲ ਤੌਰ ਤੇ ਤੁਹਾਨੂੰ ਦੱਸ ਦੇਣਾ ਮੇਰੀ ਫਰਮ ਜਿਹੜੀ ਆ ਸਾਨੂੰ ਕ੍ਰਿਸਮਸ ਦੇ ਉੱਤੇ 400 ਯੂਰੋ ਜਿਹੜਾ ਉਹ ਐਜ਼ ਏ ਗਿਫਟ ਦੇ ਤੌਰ ਤੇ ਦਿੰਦੇ ਆ ਸਾਨੂੰ 400 ਯੂਰੋ ਵਿੱਚ ਇਹ ਤੁਹਾਡਾ ਗਿਫਟ ਆ ਜਿਹੜਾ ਆਪਣਾ ਕ੍ਰਿਸਮਸ ਦਾ ਠੀਕ ਆ। ਇੱਦਾਂ ਜਿਹੜੀਆਂ ਕਾਫੀ ਚੀਜ਼ਾਂ ਉਹਦੇ ਵਿੱਚ ਕੰਟਰੈਕਟ 'ਚ ਲਿਖੀਆਂ ਹੁੰਦੀਆਂ ਵੀ ਤੁਸੀਂ ਇਹ ਆਪਣਾ ਆ ਚੀਜ਼ਾਂ ਤੁਹਾਨੂੰ ਮਿਲਣਗੀਆਂ। ਕਈ ਫਰਮਾਂ ਨੇ ਲਿਖਿਆ ਹੁੰਦਾ ਚੀਜ਼ ਤੁਹਾਨੂੰ ਮਿਲੂਗੀ ਜਾਂ ਨਹੀਂ ਮਿਲੂ ਕਿਉਂਕਿ ਜੇ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਮਿਲਦੀਆਂ ਜੋ ਮੈਂ ਦੱਸੀਆਂ ਤੁਸੀਂ ਬਹੁਤ ਸੋਹਣੀ ਜਿਹੜੀ ਆ ਸੈਲਰੀ ਲੈ ਸਕਦੇ। ਇੱਥੇ ਉਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜਾ ਵੀ ਕੰਟਰੈਕਟ ਸਾਈਨ ਕਰਦਾ ਸਾਰਿਆਂ ਦੇ ਕੰਟਰੈਕਟ ਸੇਮ ਨਹੀਂ ਹੁੰਦੇ ਕਾਫੀ ਕੰਟਰੈਕਟ ਆ ਜਿਹੜੇ ਵੱਖਰੇ ਤਰ੍ਹਾਂ ਦੇ ਹੁੰਦੇ। ਤੁਸੀਂ ਇਸੇ ਕਾਰਨ ਮੈਂ ਤੁਹਾਨੂੰ ਦੱਸ ਰਿਹਾ ਤੁਸੀਂ ਜਦੋਂ ਕੰਟਰੈਕਟ ਸਾਈਨ ਕਰਦੇ ਆ ਤੁਸੀਂ ਪੜ੍ਹੋ ਜ਼ਰੂਰ ਇਹ ਗਲਤੀ ਨਾ ਕਰੋ ਕਿ ਜਿਹੜੀ ਬੰਦਾ ਅਣਗਹਿਲੀ ਕਰ ਲੈਂਦਾ ਕੋਈ ਗੱਲ ਨਹੀਂ ਇਹ ਕੰਮ ਦਾ ਕੰਟਰੈਕਟ ਹੀ ਆ ਸਾਨੂੰ ਸੈਲਰੀ ਜਿੰਨੀ ਹੋਈ ਆ ਉਨੀ ਮਿਲਣੀ ਕੰਟਰੈਕਟ ਸਾਈਨ ਕਰਤਾ ਸਹੀ ਆ ਨਹੀਂ। ਇੱਥੇ ਤੁਸੀਂ ਵੀਰ ਮੇਰਾ ਧਿਆਨ ਦਿਓ ਜਿਹੜੇ ਨਵੇਂ ਆਉਂਦੇ ਆ ਜਾਂ ਕਿਸੇ ਕੰਟਰੀ ਦੇ ਆ ਕੇ ਤੁਸੀਂ ਪੇਪਰ ਚੇਂਜ ਕਰਾਉਂਦੇ ਆ ਕਿਉਂਕਿ ਤੁਹਾਡਾ ਇਹ ਜਿਹੜਾ ਸਟਾਰਟਿੰਗ ਦੇ ਵਿੱਚ ਜਦੋਂ ਸਾਈਨ ਹੋ ਜਾਂਦਾ ਨਾ ਜਿਹੜੀਆਂ ਚੀਜ਼ਾਂ ਤੁਹਾਨੂੰ ਉਹਦੇ ਵਿੱਚ ਫੈਸਿਲਿਟੀਜ਼ ਮਿਲ ਗਈਆਂ ਉਹਦੇ ਵਿੱਚ ਕੰਟਰੈਕਟ 'ਚ ਉਹ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਤੁਸੀਂ ਉਹਦਾ ਕਿੱਦਾਂ ਫਾਇਦਾ ਲੈ ਸਕਦੇ ਸਾਨੂੰ ਕਿਹੜੀਆਂ ਚੀਜ਼ਾਂ ਮਿਲੀਆਂ ਵੀ ਜਦੋਂ ਤੁਹਾਡੀ ਸੈਲਰੀ ਮਿਲੇ ਤੁਹਾਨੂੰ ਪਤਾ ਸਾਨੂੰ ਐਕਸਟਰਾ ਬੋਨਸ ਮਿਲ ਰਿਹਾ ਸਾਨੂੰ ਐਕਸਟਰਾ ਸੈਲਰੀ ਮਿਲ ਰਹੀ। ਇਸ ਕਰਕੇ ਤੁਹਾਨੂੰ ਇਹ ਚੀਜ਼ਾਂ ਦਾ ਜਿਹੜਾ ਤੁਹਾਨੂੰ ਪਤਾ ਹੋਣਾ ਚਾਹੀਦਾ ਘੱਟੋ ਘੱਟ ਜਦੋਂ ਸਾਈਨ ਕਰਦੇ। ਹੁਣ ਆਪਾਂ ਸੈਲਰੀ ਦੀ ਗੱਲ ਸ਼ੁਰੂ ਕਰਦੇ ਹਾਂ। ਜਰਮਨ ਦੇ ਵਿੱਚ ਇਸ ਟਾਈਮ ਜਿਹੜਾ ਮਿਨੀਮਮ ਜਿਹੜਾ ਆਪਣਾ ਹੈਗਾ ਹੈ ਤੁਹਾਡਾ ਘੰਟੇ ਦੇ ਹਿਸਾਬ ਨਾਲ
ਜਿਹੜਾ ਇਸ ਟਾਈਮ ਹੈਗਾ 9 ਯੂਰੋ 35 ਸੈਂਟ ਜਿਹੜੇ ਘੱਟੋ ਘੱਟ ਇਸ ਟਾਈਮ ਜਰਮਨ ਦੇ ਵਿੱਚ ਮਿਲਦੇ ਆ ਤੇ 1-2 ਮਹੀਨਿਆਂ ਤੱਕ ਹੈ ਜਿਹੜਾ ਇਸ ਟਾਈਮ ਰੇਟ ਵੱਧ ਰਿਹਾ ਤੇ ਜਿਹੜਾ 10 ਯੂਰੋ ਘੰਟੇ ਦੇ ਘੱਟੋ ਘੱਟ ਹੋ ਜਾਣੇ ਆ। ਹੁਣ ਜਿਹੜੀ 1 ਘੰਟੇ ਦਾ ਤੁਸੀਂ ਜਿਹੜਾ 10 ਯੂਰੋ, ਜੇ ਤੁਹਾਨੂੰ ਕੋਈ ਨੌਲੇਜ ਨਹੀਂ ਜਾਂ ਐਕਸਪੀਰੀਅੰਸ ਨਹੀਂ ਆ, ਫਿਰ ਵੀ ਤੁਸੀਂ ਸਟਾਰਟਿੰਗ ਦੇ ਵਿੱਚ ਆ ਜਿਹੜਾ ਜਰਮਨ ਦੇ 10 ਯੂਰੋ ਜਿਹੜੀ ਆ ਸੈਲਰੀ ਘੱਟੋ ਘੱਟ ਲੈ ਸਕਦੇ। 9 ਯੂਰੋ 35 ਤੋਂ ਲੈ ਕੇ ਤੇ 10 ਯੂਰੋ ਦੇ ਵਿੱਚ ਜਿਹੜੀ ਸੈਲਰੀ ਲੈ ਸਕਦੇ। ਤਕਰੀਬਨ ਹੁਣ ਹੋ ਹੀ ਜਾਣਾ 1-2 ਮਹੀਨੇ ਹੋ ਰਿਹਾ ਤੇ 10 ਯੂਰੋ ਸੈਲਰੀ ਜਿਹੜੀ ਮਿਨੀਮਮ ਲਾਉਣੇ ਆ ਜਿਹੜੀ ਸੈਲਰੀ ਆ 10 ਯੂਰੋ ਘੰਟੇ ਦੇ ਹੋ ਰਹੀ ਹੈ। ਜੇ ਫਿਕਸ ਸੈਲਰੀ ਦੀ ਗੱਲ ਕਰੀਏ, ਆਪਾਂ ਫਿਕਸ ਸੈਲਰੀ ਦੀ ਗੱਲ ਕਰਦੇ ਹਾਂ ਤੇ ਉਹਦੇ ਵਿੱਚ ਜਿਹੜਾ ਕੰਟਰੈਕਟ ਆ ਤੁਸੀਂ ਉਹਦੇ ਵਿੱਚ ਵੀ ਧਿਆਨ ਰੱਖਣਾ, ਕਿਉਂਕਿ ਫੁੱਲ ਟਾਈਮ ਦੇ ਜੌਬ ਤੇ ਕਈ ਵਾਰ ਇਦਾਂ ਹੁੰਦਾ ਮਾਲਕ ਕਹਿੰਦਾ ਜੇ ਤੁਹਾਡੇ ਹੌਲੀਡੇਸ ਆ ਗਏ, ਜਿਹੜੇ ਤੁਹਾਡੇ ਐਕਸਟਰਾ ਪੈਸੇ ਮਿਲਦੇ ਤੁਹਾਨੂੰ, ਜਿਹੜੀ ਆ ਨਾਈਟ ਸ਼ਿਫਟ ਤੇ ਐਕਸਟਰਾ ਮਿਲਦੇ ਆ ਜਾਂ ਤੁਸੀਂ ਹੌਲੀਡੇਸ ਦੇ, ਉਹ ਮਾਲਕ ਕਈ ਵਾਰੀ ਕੰਟਰੈਕਟ ਦੇ ਵਿੱਚ ਲਿਖਿਆ ਹੁੰਦਾ ਤੁਹਾਨੂੰ ਪੈਸੇ ਉਹ ਨਹੀਂ ਮਿਲਣਗੇ, ਸਿਰਫ ਤੇ ਸਿਰਫ ਉਹੀ ਪੈਸੇ ਮਿਲਣਗੇ। ਫਿਕਸ ਸੈਲਰੀ ਦੇ ਵਿੱਚ ਜਿਹੜਾ ਤੁਸੀਂ ਬਹੁਤ ਜ਼ਿਆਦਾ ਧਿਆਨ ਰੱਖਣਾ ਵੀ ਤੁਹਾਡੇ ਕੰਟਰੈਕਟ 'ਚ ਲਿਖਿਆ ਕੀ ਆ। ਕੰਟਰੈਕਟ ਜ਼ਰੂਰ ਪੜ੍ਹ ਲਿਓ ਵੀਰ ਮੇਰਾ, ਹੋ ਸਕਦਾ ਉਹਨਾਂ ਨੇ ਲਿਖਿਆ ਹੋਵੇ ਮਾਲਕ ਨੇ ਜਿਹੜੇ 160 ਘੰਟੇ ਤੁਸੀਂ ਕਰਦੇ ਕੰਮ ਉਹਦੇ ਹੀ ਪੈਸੇ ਤੁਹਾਨੂੰ ਦਿੱਤੇ ਜਾਣਗੇ, ਜੋ ਐਕਸਟਰਾ ਬੋਨਸ ਆ ਜੇ ਉਹ ਤੁਹਾਨੂੰ ਨਹੀਂ ਦਿੱਤਾ ਜਾਊਗਾ, ਜਾਂ ਤੁਹਾਡੇ ਘੰਟੇ ਐਕਸਟਰਾ ਲੱਗਦੇ ਆ, ਨਾਈਟ ਜਾਂ ਡੇ ਲੱਗਦੇ ਆ, ਤੁਹਾਨੂੰ ਸਿਰਫ ਉਹੀ ਜਿਹੜੇ ਐਕਸਟਰਾ ਲੱਗਦੇ ਜਾਂ ਪਲੱਸ ਉਹੀ ਪੈਸੇ ਤੁਹਾਨੂੰ ਦਿੱਤੇ ਜਾਣਗੇ। ਉਹ ਤੋਂ ਇਲਾਵਾ ਜਿਹੜੇ ਆ ਹੌਲੀਡੇਸ ਦੇ ਹੋ ਗਏ, ਤੁਹਾਡੀ ਨਾਈਟ ਸ਼ਿਫਟ ਦੇ ਹੋ ਗਏ, ਇੱਦਾਂ ਵਗੈਰਾ ਵਗੈਰਾ ਕਰਕੇ ਹੋ ਸਕਦਾ ਤੁਹਾਨੂੰ ਮਾਲਕ ਤੁਹਾਡਾ ਨਹੀਂ ਦਊਗਾ। ਇਸ ਕਰਕੇ ਜਿਹੜਾ ਤੁਸੀਂ ਕੰਟਰੈਕਟ ਸਾਈਨ ਕਰਦੇ ਆ, ਜਾਂ ਤੁਸੀਂ ਘੰਟਿਆਂ ਦੇ ਹਿਸਾਬ ਨਾਲ ਜਾਂ ਫਿਕਸ ਸੈਲਰੀ ਦਾ, ਤੁਸੀਂ ਵੀਰ ਮੇਰਾ ਜ਼ਰੂਰ ਧਿਆਨ 'ਚ ਰੱਖੋ ਵੀ ਤੁਸੀਂ ਕਿਹੜਾ ਕੰਟਰੈਕਟ ਸਾਈਨ ਕਰ ਰਹੇ ਹੋ ਤੇ ਤੁਹਾਡੇ ਜਿਹੜੇ ਆ ਸੈਲਰੀ ਦੇ ਵਿੱਚ ਕੀ ਕੀ ਲਿਖਿਆ, ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਉਹ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ। ਜਿਹੜੀ ਫਿਕਸ ਸੈਲਰੀ ਦੀ ਗੱਲ ਕਰੀਏ, ਜੇ ਤੁਹਾਨੂੰ ਓਵਰ ਟਾਈਮ ਜਾਂ ਤੁਹਾਡਾ ਕੁਛ ਨਹੀਂ ਲੱਗਦਾ, ਤੁਹਾਨੂੰ ਕੋਈ 1600 1500 ਕਰੀਬ ਜਿਹੜੀ ਆ ਸੈਲਰੀ ਨਿਕਲ ਜਾਂਦੀ। ਜੇ ਆਪਾਂ ਗੱਲ ਕਰੀਏ ਉਹਦੀ ਆਪਣੀ ਘੰਟਿਆਂ ਦੇ ਹਿਸਾਬ ਨਾਲ, ਤੁਹਾਡੀ ਜਿਹੜੀ ਆ ਤੁਹਾਨੂੰ ਜ਼ਿਆਦਾ ਚਾਂਸ ਆ ਉਹਦੇ ਸੈਲਰੀ ਮਿਲਣ ਦੇ। ਘੱਟੋ ਘੱਟ ਤੁਹਾਨੂੰ 1600 ਯੂਰੋ, ਜੇ ਤੁਸੀਂ 10 ਯੂਰੋ ਦੇ ਘੰਟੇ ਦੇ ਹਿਸਾਬ ਨਾਲ ਵੀ ਕਰਦੇ, ਤਕਰੀਬਨ ਤੁਹਾਨੂੰ 1600 ਯੂਰੋ ਜਿਹੜਾ ਓਵਰ ਟਾਈਮ ਤੋਂ ਬਗੈਰ ਤੇ ਜਿਹੜੇ ਤੁਹਾਡੀ ਨਾਈਟ ਸ਼ਿਫਟ ਲੱਗਦੀ ਉਹ ਤੋਂ ਬਗੈਰ, ਜਾਂ ਤੁਹਾਡੇ ਹੋਰ ਬੋਨਸ ਵਗੈਰਾ ਬਿਨਾਂ ਉਹ ਤੋਂ ਸਾਰੀ ਜਿਹੜੇ ਸਿੰਪਲ ਸੈਲਰੀ ਲਾਈਏ ਤੇ ਉਹ ਬਣਦੀ ਕੋਈ 1600 ਦੇ ਕਰੀਬ ਤੁਸੀਂ ਲੈ ਸਕਦੇ। ਜੇ ਤੁਸੀਂ ਬੋਨਸ ਪਾਉਣੇ ਆਪਣੇ ਹੋਰ ਜਿਹੜੇ ਤੁਹਾਨੂੰ ਉੱਪਰੋਂ ਮਿਲਦੇ ਆ ਪੈਸੇ, ਉਹ ਪਾ ਕੇ ਜਿਹੜੀ 1700 1750 ਸੈਲਰੀ ਜਿਹੜੀ ਆ ਤੁਹਾਡੀ ਆਰਾਮ ਦੇ ਨਾਲ ਨਿਕਲ ਜਾਂਦੀ ਆ। ਉਹ ਤੋਂ ਇਲਾਵਾ ਡਿਪੈਂਡ ਕਰਦਾ ਤੁਹਾਡੇ ਟੈਕਸ ਕਲਾਸ ਕਿਹੜੀ ਆ, ਕਿਉਂਕਿ ਟੈਕਸ ਕਲਾਸ ਜਰਮਨ ਦੇ ਵਿੱਚ ਸਾਰਿਆਂ ਦੀ ਸੇਮ ਨਹੀਂ ਹੈਗੀ। ਜੇ ਤੁਸੀਂ ਮੈਰਿਡ ਆ ਤੁਹਾਡੀ ਵੱਖਰੀ ਆ, ਜੇ ਤੁਸੀਂ ਸਿੰਗਲ ਆ ਤੁਹਾਡੀ ਜਿਹੜੀ ਆ ਟੈਕਸ ਕਲਾਸ ਵੱਖਰੀ ਆ, ਠੀਕ ਹੈ। ਉਹਦੇ ਹਿਸਾਬ ਨਾਲ ਜਿਹੜੀ ਪਰਸੈਂਟੇਜ ਆ ਤੁਹਾਡੀ ਟੈਕਸ ਦੀ ਕੱਟੀ ਜਾਂਦੀ। ਤੁਸੀਂ ਐਗਜ਼ਾਮਪਲ ਤੌਰ ਤੇ ਲਾ ਲਓ ਵੀ ਕੋਈ ਤੁਹਾਡਾ 250 350 ਯੂਰੋ ਜਿਹੜਾ ਤੁਹਾਡੀ ਸੈਲਰੀ 'ਚੋਂ ਕੱਟਿਆ ਜਾਊਗਾ, ਬਾਕੀ ਤੁਹਾਡਾ 1300 ਬਚ ਜਾਂਦਾ। ਉਹਦੇ 'ਚੋਂ ਕਰ ਲਾ ਲਓ ਸਾਹਿਬ ਵੀ, ਜੇ ਇੰਡੀਆ ਦਾ ਲਾਈਏ ਹਿਸਾਬ, ਲੱਖ ਰੁਪਈਆ ਤੁਹਾਨੂੰ ਜਿਹੜਾ ਬਚ ਜਾਂਦਾ ਜੇ ਤੁਸੀਂ ਇਹ ਤੁਹਾਨੂੰ ਜਿਹੜੀਆਂ ਚੀਜ਼ਾਂ ਮੈਂ ਦੱਸੀਆਂ ਤੁਹਾਡੇ ਕੰਟਰੈਕਟ ਦੇ ਵਿੱਚ ਮਿਲਦੀਆਂ। ਜੇ ਕੰਟਰੈਕਟ ਦੇ ਵਿੱਚ ਤੁਹਾਨੂੰ ਨਹੀਂ ਮਿਲਦੀਆਂ, ਤੁਹਾਨੂੰ ਬਿਲਕੁਲ ਹੀ ਨੋਰਮਲ ਸੈਲਰੀ ਮਿਲਦੀ ਆ, ਕੋਈ ਐਕਸਟਰਾ ਬੋਨਸ ਨਹੀਂ, ਕੁਛ ਨਹੀਂ, ਤੁਹਾਡੀ ਜਿਹੜੀ ਆ ਸੈਲਰੀ ਘੱਟ ਨਿਕਲਦੀ। ਇਸੇ ਕਾਰਨ ਮੈਂ ਤੁਹਾਨੂੰ ਦੱਸਣਾ ਚਾਹਿਆ ਜਦੋਂ ਤੁਸੀਂ ਵੀਰ ਮੇਰਾ ਕੰਟਰੈਕਟ ਸਾਈਨ ਕਰਦੇ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖੋ ਵੀ ਤੁਸੀਂ ਕਿਹੜੀ ਚੀਜ਼ ਤੇ ਸਾਈਨ ਕਰ ਰਹੇ, ਤੁਹਾਨੂੰ ਕਿੰਨਾ ਬੋਨਸ ਮਿਲ ਰਿਹਾ, ਕਿੰਨਾ ਕੀ ਆ। ਜ਼ਰੂਰੀ ਨਹੀਂ ਜੇ ਤੁਸੀਂ ਉਹ ਫਰਮ 'ਚ ਕੰਮ ਕਰ ਰਹੇ, ਜੇ ਬਾਅਦ 'ਚੋਂ ਤੁਹਾਨੂੰ 6 ਮਹੀਨੇ ਬਾਅਦ ਕਿਤੇ ਵਧੀਆ ਫਰਮ 'ਚ ਕੰਮ ਮਿਲਦਾ, ਤੁਸੀਂ ਉਹ ਕੰਮ ਛੱਡ ਕੇ ਤੇ ਤੁਸੀਂ ਦੂਜੇ ਪਾਸੇ ਜਾ ਸਕਦੇ ਹੋ। ਤੁਹਾਨੂੰ ਜਿਹੜੀਆਂ ਫੈਸਿਲਿਟੀਜ਼ 'ਚ ਜ਼ਿਆਦਾ ਮਿਲਦੀਆਂ ਉਹਦੇ ਨਾਲ ਤੁਹਾਡੀ ਆਟੋਮੈਟਿਕ ਜਿਹੜੀ ਸੈਲਰੀ ਆ ਜਿਹੜੀ ਜ਼ਿਆਦਾ ਆਊਗੀ। ਇਸ ਕਰਕੇ ਮੈਨੂੰ ਸੀ ਵੀ ਮੈਂ ਤੁਹਾਨੂੰ ਘੱਟੋ ਘੱਟ ਇਹਦੇ ਬਾਰੇ ਦੱਸਾਂ। ਮੈਨੂੰ ਕਾਫੀ ਜਣਿਆਂ ਨੇ ਪੁੱਛਿਆ ਸੈਲਰੀ ਦਾ ਦੱਸੋ, ਤੇ ਮੈਂ ਕਿਹਾ ਤੁਹਾਨੂੰ ਜਿਹੜਾ ਮੈਂ ਐਕਸਪਲੇਨ ਚੰਗੀ ਤਰ੍ਹਾਂ ਕਰੂੰਗਾ, ਕਿਉਂਕਿ ਕੰਟਰੈਕਟ ਤੇ ਡਿਪੈਂਡ ਕਰਦਾ ਵੀ ਕੰਟਰੈਕਟ ਕਿਹੜਾ ਤੁਹਾਡਾ, ਉਹ ਤੇ ਬਹੁਤ ਜ਼ਿਆਦਾ ਡਿਪੈਂਡ ਕਰਦਾ ਕੰਟਰੈਕਟ ਤੇ। ਇਸ ਕਰਕੇ ਆਈ ਹੋਪ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਊਗੀ। ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਲਿਖਿਓ ਕਿੱਦਾਂ ਦੀ ਤੁਹਾਨੂੰ ਲੱਗੀ ਵੀਡੀਓ ਮੇਰੀ। ਇਸ ਤੋਂ ਇਲਾਵਾ ਜੇ ਤੁਸੀਂ ਮੇਰੇ ਕੋਲ ਵੀਡੀਓ ਬਣਵਾਉਣਾ ਚਾਹੁੰਦੇ ਹੋ ਤੁਸੀਂ ਮੈਨੂੰ ਲਿਖ ਸਕਦੇ ਹੋ, ਲਾਈਕ ਕਰ ਸਕਦੇ ਕਮੈਂਟ ਤੇ ਮੈਨੂੰ ਸਬਸਕ੍ਰਾਈਬ ਕਰ ਸਕਦੇ ਹੋ। ਤੁਸੀਂ ਮੈਨੂੰ ਕਮੈਂਟ 'ਚ ਲਿਖ ਸਕਦੇ ਹੋ ਕਿਹੜੀ ਵੀਡੀਓ ਬਾਰੇ ਪੁੱਛਣਾ ਚਾਹੁੰਦੇ ਹੋ ਤੁਸੀਂ, ਜੋ ਵੀ ਟੌਪਿਕ ਆ ਤੁਸੀਂ ਮੈਨੂੰ ਦਊਂਗੇ ਤੇ ਮੈਂ ਉੱਤੇ ਵੀਡੀਓ ਜ਼ਰੂਰ ਬਣਾਉਂਗਾ। ਸੋ ਆਈ ਹੋਪ ਤੁਹਾਨੂੰ ਪਸੰਦ ਆਈ ਹੋਊਗੀ। ਹੁਣ ਮਿਲਦੇ ਹਾਂ ਆਪਾਂ ਅਗਲੀ ਵੀਡੀਓ ਨਾਲ। ਬਾਏ ਬਾਏ।